ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 20ਵੀਂ ਤੇ ਪਦ ਦੂਜਾ ਵਿਚਾਰਨ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ, ਇੰਨਾ ਅਕਲ ਵਾਲਾ ਨਹੀਂ ਜਿਹੜਾ ਪ੍ਰਭੂ ਦੀਆਂ ਰਮਜ਼ਾਂ ਨੂੰ ਸਮਝ ਸਕੇ, ਜਿਹੜਾ ਪੂਰੀ ਤਰ੍ਹਾਂ ਵਿਚਾਰ ਕਰ ਸਕੇ। ਸੱਚੇ ਪਾਤਸ਼ਾਹ ਜਿੰਨੀ ਮਿਹਰ ਕਰਦੇ ਹਨ ਓਨਾ ਪ੍ਰਾਣੀ ਵਿਚਾਰਦਾ ਹੈ, ਓਨਾ ਸੁਣਦਾ ਹੈ ਤੇ ਓਨਾ ਬੋਲਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, 8 ਪਦ ਹਨ। ਇਸੇ ਕਰਕੇ ਹੀ ਇਹਦਾ ਨਾਂ ਅਸ਼ਟਪਦੀ ਰੱਖਿਆ ਗਿਆ ਹੈ। 24,000 ਅੱਖਰ। ਦੂਸਰੇ ਪਾਸੇ ਪ੍ਰਾਣੀ ਇੱਕ ਘੰਟੇ ਦੇ ਵਿੱਚ 1,000 ਸਵਾਸ ਲੈਂਦਾ ਹੈ। 24 ਘੰਟਿਆਂ ਦੇ ਵਿੱਚ ਔਸਤਨ 24,000 ਸਵਾਸ ਪ੍ਰਾਣੀ ਲੈਂਦਾ ਹੈ, ਅੰਦਰ ਖਿੱਚਦਾ ਹੈ, ਬਾਹਰ ਕੱਢਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਸਿੱਖ ਨੂੰ ਹਰ ਸਵਾਸ ਉੱਤੇ ਵਾਹਿਗੁਰੂ ਦਾ ਨਾਂ ਉਕਰਨ ਦੇ ਲਈ ਸਲਾਹ ਦਿੱਤੀ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਤੂੰ ਚੱਲਣਹਾਰ ਹੈ ਪ੍ਰਾਣੀ, ਤੂੰ ਆਰਜੀ ਹੈ, ਕੱਚਾ ਹੈ, ਤੂੰ ਸੰਗ ਕਰ ਲੈ ਸਾਧੂਆਂ ਦਾ ਜਿਹੜੇ ਪੱਕੇ ਹੋ ਗਏ ਹਨ, ਭਰ ਗਏ ਹਨ, ਪੂਰਨ ਹਨ। ਹਰ ਸਵਾਸ ਉੱਤੇ ਪ੍ਰੀਤਮ ਦਾ ਪਿਆਰੇ ਦਾ ਨਾਂ ਲੈ। ਜਦੋਂ ਸਵਾਸ ਨੂੰ ਅੰਦਰ ਖਿੱਚਦਾ ਹੈ ਤਾਂ ਵਾਹਿਗੁਰੂ, ਜਦੋਂ ਬਾਹਰ ਕੱਢਦਾ ਹੈ ਤਦ ਵਾਹਿਗੁਰੂ। ਇਹਦੇ ਨਾਲ ਤੇਰਾ ਇਸ ਦੁਨੀਆ ਦੇ ਵਿੱਚ ਆਉਣ ਦਾ ਮਿਸ਼ਨ ਪੂਰਨ ਹੋ ਜਾਵੇਗਾ, ਤੈਨੂੰ ਪ੍ਰਾਪਤੀ ਮਿਲ ਜਾਵੇਗੀ। ਉਸ ਅਕਾਲ ਦਾ ਉਹ ਰਸ ਜਿਹੜਾ ਪੀ ਕੇ ਖੀਵਾ ਹੋ ਜਾਂਦਾ ਹੈ। ਇਨਸਾਨ ਨਹੀਂ ਰਹਿੰਦਾ, ਭਗਵਾਨ ਬਣ ਜਾਂਦਾ ਹੈ। ਉਹ ਰਸ ਉਹਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਪ੍ਰਾਣੀ 24,000 ਸਵਾਸਾਂ ਨੂੰ ਦਿਨ ਰਾਤ ਦੇ ਵਿੱਚ ਤੂੰ ਲੈਂਦਾ ਹੈ। 8 ਪਹਿਰਾਂ ਦੇ ਵਿੱਚ ਤੂੰ ਸਵਾਸ ਲੈਂਦਾ ਹੈ। ਜੀਵਨ ਦੀ ਕਿਰਿਆ ਹੈ, ਉਹਦੀ ਬਖਸ਼ੀ ਹੋਈ। ਤੇਰਾ ਕੋਈ ਜੋਰ ਨਹੀਂ ਹੈ। ਸਵਾਸ ਆਵੇ ਨਾ ਆਵੇ, ਇਹ ਇੱਕ ਕਿਰਿਆ ਹੈ ਉਹਦੀ ਮਿਹਰ ਦੀ, ਪ੍ਰਭੂ ਦੀ ਮਰਸੀ ਦੀ ਮਿਹਰ ਥੱਲੇ ਤੂੰ ਜੀ ਰਿਹਾ ਹੈ। ਕਿਉਂ ਨਾ ਤੂੰ ਇਹਨਾਂ ਸਾਰੇ ਸਵਾਸਾਂ ਨੂੰ ਪ੍ਰਭੂ ਦੇ ਸਵਾਸ ਬਣਾ ਲਵੇ, ਉਹਦੇ ਨਾਮ ਦੇ, ਉਹਦੀ ਮਹਿਮਾ ਦੇ। ਫਿਰ ਕੀ ਹੋਵੇਗਾ ਪ੍ਰਾਣੀ, ਤੂੰ ਸ਼ਾਖ ਉਹਦਾ ਰੂਪ ਬਣ ਜਾਵੇਗਾ। ਬਹੁਤ ਸਾਰੇ ਉਹਦਾ ਰੂਪ ਬਣੇ ਹਨ।
ਜਿਨ੍ਹਾਂ ਨੇ ਉਹਨੂੰ ਪਾ ਲਿਆ, ਜਿਨ੍ਹਾਂ ਉੱਤੇ ਉਹ ਡੁੱਲ ਪਿਆ, ਜਿਨ੍ਹਾਂ ਉੱਤੇ ਉਹਨੇ ਕਿਰਪਾ ਕਰ ਦਿੱਤੀ, ਉਹ ਫਿਰ ਆਪਣੇ ਨਹੀਂ ਰਹੇ, ਉਹਦੇ ਬਣ ਗਏ ਸਦਾ ਲਈ। ਮਤਵਾਲੇ ਹੋ ਤੁਰੇ, ਉਹਦੇ ਗੀਤ ਗਾ ਗਾ ਕੇ। ਸੱਚੇ ਪਾਤਸ਼ਾਹ ਇਸ ਪਦ ਦੇ ਵਿੱਚ ਮਿਹਰ ਕਰਦੇ ਹਨ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। ਮਹਾ ਸੁਖ, ਪਰਮ ਆਰਾਮ, ਇਹ ਦੁਨੀਆ ਵਾਲਾ ਸੁੱਖ ਨਹੀਂ। ਗੁਰੂ ਪਿਆਰਿਓ, ਦੁਨੀਆ ਦਾ ਸੁੱਖ ਨਕਲੀ ਹੈ, ਝੂਠਾ ਹੈ। ਜਿੰਨੇ ਲੋਕ ਆਪਣੇ ਆਪ ਨੂੰ ਸੁਖੀ ਦਰਸਾ ਰਹੇ ਹਨ, ਝੂਠਾ ਹਾਸਾ ਹੱਸਦੇ ਹਨ, ਝੂਠੀ ਨੀਂਦ ਸੌਂਦੇ ਹਨ, ਸੁੱਖ ਵੀ ਨਕਲੀ, ਜੀਵਨ ਵੀ ਨਕਲੀ। ਪ੍ਰੀਤਮ ਪਿਆਰੇ ਉਹਦੀ ਗੱਲ ਨਹੀਂ ਕਰ ਰਹੇ। ਮਹਾ ਸੁੱਖ, ਪਰਮ ਆਨੰਦ ਦੀ ਕਥਾ ਸਾਨੂੰ ਸਮਝਾ ਰਹੇ ਹਨ ਕਿ ਇੱਕ ਵੇਰ ਉਹਦੀ ਨਜ਼ਰ ਜੇ ਪੈ ਜਾਵੇ, ਫਿਰ ਮਹਾ ਕੰਫਰਟ, ਮਹਾ ਸੁੱਖ, ਆਨੰਦ ਪ੍ਰਾਪਤ ਹੋ ਜਾਵੇਗਾ। ਹਰ ਰਸ ਪਾਵੇ ਬਿਰਲਾ ਕੋਏ। ਕਿਸੇ ਕਿਸੇ ਦੇ ਕਰਮਾਂ ਦੇ ਵਿੱਚ ਇਹ ਰਸ ਆਉਂਦਾ ਹੈ, ਨਹੀਂ ਤਾਂ ਮਾਇਆ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੀ ਹੈ ਪਦਾਰਥ ਦੀ, ਸੰਬੰਧਾਂ ਦੀ, ਹਉਮੈ ਦੀ, ਮਾਏ ਦੀ। ਪ੍ਰਾਣੀ ਨੂੰ ਪਤਾ ਵੀ ਨਹੀਂ ਚੱਲਦਾ ਕਿ ਮੈਂ ਕੈਦੀ ਬਣ ਗਿਆ ਹਾਂ। ਮੈਂ ਹੁਣ ਆਪਣੀ ਮਰਜ਼ੀ ਉੱਤੇ ਨਹੀਂ ਜੀ ਰਿਹਾ, ਮੈਨੂੰ ਮਾਇਆ ਨਚਾ ਰਹੀ ਹੈ। ਫਿਰ ਉਹ ਰਸ ਕਿਵੇਂ ਮਿਲੇਗਾ? ਜਿੰਨੀ ਦੇਰ ਮਾਇਆ ਦੇ ਸਕੰਜੇ ਵਿੱਚ ਹੈ ਤੂੰ ਪਿਆਰੇ, ਤੈਨੂੰ ਉਹ ਮਹਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਹਰ ਰਸ ਪਾਵੇ ਬਿਰਲਾ ਕੋਏ। ਕੋਈ ਕੋਈ ਟਾਵਾਂ ਟਾਵਾਂ ਉਹਦਾ ਪਿਆਰਾ ਉਹ ਰਸ ਨੂੰ ਪ੍ਰਾਪਤ ਕਰ ਲੈਂਦਾ ਹੈ। ਕਿਸ ਤਰ੍ਹਾਂ ਦਾ ਰਸ ਹੈ ਉਹ? ਕੀ ਕਰਦਾ? ਦੁੱਖਾਂ ਦੇ ਸਤਾਏ ਹੋਏ ਪ੍ਰਾਣੀ ਨੂੰ, ਮਛਲੀ ਵਾਂਗੂ ਤੜਫਦੀ ਹੋਈ ਰੂਹ ਨੂੰ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਪਾ ਲਿਆ, ਪੀ ਲਿਆ, ਉਹ ਭਰ ਗਏ, ਉਹ ਰੱਜ ਗਏ। ਜਿਵੇਂ ਆਪਾਂ ਹਰ ਰੋਜ਼ ਖਾਣਾ ਖਾਂਦੇ ਹਾਂ, ਖਾਣਾ ਤੇਜ਼ੀ ਨਾਲ ਖਾਂਦੇ ਹਾਂ, ਹੌਲੀ ਹੌਲੀ ਖਾਂਦੇ ਹਾਂ, ਇਕੱਲੇ ਖਾਂਦੇ ਹਾਂ, ਪਰਿਵਾਰ ਦੇ ਵਿੱਚ ਬੈਠ ਕੇ ਖਾਂਦੇ ਹਾਂ, ਗੁੱਸੇ ਵਿੱਚ ਖਾਂਦੇ ਹਾਂ, ਖੁਸ਼ੀ ਵਿੱਚ ਖਾਂਦੇ ਹਾਂ। ਪਰ ਉਹ ਖਾਣਾ ਜਿਹੜਾ ਖੁਸ਼ੀ ਵਿੱਚ ਖਾਂਦੇ ਹਾਂ, ਪਰਿਵਾਰ ਦੇ ਵਿੱਚ ਬੈਠ ਕੇ ਸਮਾਂ ਲਗਾ ਕੇ, ਉਹ ਮਹਾ ਸ਼ਾਂਤੀ ਦਿੰਦਾ ਹੈ। ਕਹਿ ਵੀ ਦਿੰਦੇ ਹਾਂ ਕਿ ਢਕਾਰ ਆ ਗਿਆ, ਹੁਣ ਅੰਦਰੋਂ ਸੰਦੇਸ਼ਾ ਆ ਗਿਆ ਕਿ ਤ੍ਰਿਪਤਾਨ ਹੋ ਗਿਆ। ਇਹ ਜਿਹੜਾ ਤਨ ਹੈ ਇਹ ਤ੍ਰਿਪਤਾਨ ਹੋ ਗਿਆ।
ਕਿਉਂਕਿ ਖਾਣਾ ਮੁਕੰਮਲ ਹੋ ਗਿਆ। ਪ੍ਰਭੂ ਦਾ ਦਿੱਤਾ ਹੋਇਆ ਅੰਮ੍ਰਿਤ ਜਿਹੜੇ ਪਾਨ ਕਰਦੇ ਹਨ ਉਹ ਭਰ ਜਾਂਦੇ ਹਨ, ਰੱਜ ਜਾਂਦੇ ਹਨ। ਪੂਰਨ ਪੁਰਖ ਨਹੀਂ ਡੋਲਾਨੇ, ਜਿਹੜੇ ਭਰੇ ਹੋਏ ਪਰਫੈਕਟ ਮੁਕੰਮਲ ਇਨਸਾਨ ਹਨ, ਉਹਦੀ ਕਿਰਪਾ ਦੇ ਨਾਲ ਉਹ ਇਕੱਲੇ ਨਹੀਂ, ਉਹਨਾਂ ਦੇ ਨਾਲ ਉਹ ਜੁੜ ਗਿਆ। ਉਹਨਾਂ ਦਾ ਰਖਵਾਲਾ, ਉਹਨਾਂ ਨੂੰ ਪ੍ਰੋਟੈਕਟ ਕਰਨ ਵਾਲਾ ਉਹਨਾਂ ਦੇ ਨਾਲ ਖਲੋ ਗਿਆ। ਉਹ ਹੁਣ ਡੋਲਦੇ ਨਹੀਂ ਹਨ। ਉਹਨਾਂ ਨੂੰ ਪੂਰਨ ਸਿਕਿਉਰਿਟੀ ਹੈ, ਭਰੋਸਾ ਹੈ ਦਾਤੇ ਉੱਤੇ। ਫੌਲਾਦ ਵਾਂਗੂ ਖੜੇ ਹਨ, ਡਿੱਕ ਡੋਲੇ ਨਹੀਂ ਖਾਂਦੇ। ਉਹਨਾਂ ਨੂੰ ਆਧਾਰ ਮਿਲ ਗਿਆ ਪ੍ਰਭੂ ਦਾ। ਹੌਸਲੇ ਵਿੱਚ ਹਨ, ਪਰਫੈਕਟ ਪਰਸਨ, ਬਿਲਕੁਲ ਅਟਲ ਅਡੋਲ ਬਣ ਗਏ ਹਨ। ਸੋਬਰ ਭਰੇ ਪ੍ਰੇਮ ਰਸ ਰੰਗ, ਪੂਰੇ ਭਰ ਗਏ ਮਿਠਾਸ ਦੇ ਨਾਲ, ਖੁਸ਼ੀ ਦੇ ਨਾਲ, ਮਹਾ ਆਨੰਦ ਦੇ ਨਾਲ, ਚਾਨਣ ਦੇ ਨਾਲ, ਪਿਆਰ ਦੇ ਨਾਲ। ਅਧੂਰਿਆਂ ਤੋਂ ਪੂਰੇ ਹੋ ਗਏ ਹਨ, ਪ੍ਰੇਮ ਰਸ ਪਾ ਲਿਆ, ਰੰਗ ਵਿੱਚ ਰੰਗੇ ਗਏ। ਉਸ ਮਜੀਠੇ ਰੰਗ ਦੇ ਵਿੱਚ ਪ੍ਰਭੂ ਦਾ ਰੂਪ ਬਣ ਗਏ। ਉਪਜੈ ਚਾਉ ਸਾਧ ਕੈ ਸੰਗ, ਪ੍ਰਭੂ ਦੀ ਮਿਹਰ ਨਾਲ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਜੁਗਤ ਜਾਗੀ, ਪ੍ਰਭੂ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਜਿਹੜਾ ਫੁਰਿਆ ਕਿ ਜਾਓ ਪਾਇਆ ਹੋਇਆਂ ਨੂੰ ਲੱਭ ਲਓ। ਜਿਨ੍ਹਾਂ ਨੇ ਪਾ ਲਿਆ ਉਹਨਾਂ ਦੀ ਕੰਪਨੀ, ਉਹਨਾਂ ਦੀ ਸੰਗਤ ਕਰੋ। ਸਾਧੂਆਂ ਦੀ, ਜਨਾਂ ਦੀ, ਦਾਸਾਂ ਦੀ, ਸੇਵਕਾਂ ਦੀ, ਉਹਨਾਂ ਨੂੰ ਮਿਲ ਕੇ ਜਿਹੜਾ ਚਾਅ ਪ੍ਰਾਪਤ ਹੁੰਦਾ ਹੈ, ਖੁਸ਼ੀ ਮਿਲਦੀ ਹੈ, ਉਹ ਅਡੋਲਤਾ ਪੈਦਾ ਕਰਦੀ ਹੈ। ਚਾਅ, ਜੇ ਬੱਚੇ ਨੂੰ ਮਨਪਸੰਦ ਦੀ ਖੇਲ ਮਿਲ ਜਾਵੇ, ਚਾਅ ਦੇ ਵਿੱਚ ਛਲਾਂਗ ਲਾ ਦਿੰਦਾ ਹੈ। ਛੜੱਪਾ ਮਾਰਨਾ ਉਹਦੀ ਲੋੜ ਨਹੀਂ ਹੁੰਦੀ। ਐਨਰਜੀ ਇੰਨੀ ਜ਼ਿਆਦਾ ਉਹਦੇ ਵਿੱਚ ਇਕੱਠੀ ਹੋ ਜਾਂਦੀ ਹੈ ਖੁਸ਼ੀ ਦੇ ਨਾਲ ਕਿ ਉਹਨੂੰ ਉਹ ਐਨਰਜੀ ਵਰਤਣ ਦੇ ਲਈ ਛੜੱਪਾ ਮਾਰਨਾ ਹੀ ਪੈਂਦਾ ਹੈ। ਕਵੀ ਆਪਣੀ ਲਿਖੀ ਹੋਈ ਕਵਿਤਾ ਉੱਤੇ ਚਾਅ ਕਰਦਾ ਹੈ। ਇਸੇ ਤਰ੍ਹਾਂ ਪ੍ਰਭੂ ਦਾ ਪਿਆਰਾ ਜਦ ਉਹਦਾ ਗੀਤ ਗਾਉਂਦਾ ਹੈ ਤਾਂ ਖੁਸ਼ੀ ਨਾਲ ਕੁੱਦਦਾ ਹੈ, ਨੱਚਦਾ ਹੈ, ਟੱਪਦਾ ਹੈ। ਉਪਜੈ ਚਾਉ ਸਾਧ ਕੈ ਸੰਗ, ਪਰੇ ਸ਼ਰਨ ਆਨ ਸਭ ਤਿਆਗ। ਗੁਰੂ ਪਿਆਰਿਓ, ਗੁਰਬਾਣੀ ਦੇ ਵਿੱਚ ਅਕਸਰ ਆਉਂਦਾ ਹੈ ਬਗਾਨੇ, ਪਰਾਏ, ਕੱਚੇ ਪਿੱਲੇ। ਦੁਨੀਆ ਦੇ ਵਿੱਚ ਪ੍ਰਭੂ ਦੀ ਨਾਮ ਦੇ ਆੜ ਥੱਲੇ ਬਹੁਤ ਸਾਰੇ ਨਕਲੀਏ ਹਨ, ਕੱਚੇ ਹਨ, ਪਿੱਲੇ ਹਨ। ਉਹ ਪ੍ਰਭੂ ਦਾ ਮੁਕਾਬਲਾ ਕਰਨ ਦੇ ਲਈ
ਕਰਾਮਾਤਾਂ ਨੂੰ ਇਕੱਠੀਆਂ ਕਰਦੇ ਹਨ। ਲੋਕਾਂ ਨੂੰ ਠੱਗਣ ਦੇ ਲਈ, ਉਹਨਾਂ ਦਾ ਤਨ ਮਨ ਧਨ ਦਾ ਸ਼ੋਸ਼ਣ ਕਰਨ ਲਈ ਕਰਾਮਾਤ ਦਾ ਕਹਿਰ ਲੋਕਾਂ ਨੂੰ ਵੰਡਦੇ ਹਨ। ਲੋਕ ਤਾਂ ਵਿਚਾਰੇ ਹਨ, ਪਿਆਰੇ ਹਨ, ਭੋਲੇ ਹਨ। ਉਹਨਾਂ ਉੱਤੇ ਉਹਨਾਂ ਦੀਆਂ ਜਾਦੂਮਈ ਚਾਲਾਂ ਦਾ ਅਸਰ ਹੋ ਜਾਂਦਾ ਹੈ, ਡੋਲ ਜਾਂਦੇ ਹਨ, ਉਹਨਾਂ ਦੇ ਪਿੱਛੇ ਲੱਗ ਜਾਂਦੇ ਹਨ। ਉਹ ਲੋਕਾਂ ਨੂੰ ਗਮਰਾਹ ਕਰਕੇ ਆਪਣੇ ਪਿੱਛੇ ਲਗਾ ਕੇ ਪ੍ਰਭੂ ਤੋਂ ਬੇਮੁਖ ਤਾਂ ਹੁੰਦੇ ਹੀ ਹਨ, ਪਰ ਭੋਲੇ ਲੋਕਾਂ ਨੂੰ ਇਸ ਤਰ੍ਹਾਂ ਦੁਖੀ ਕਰਕੇ, ਪਰੇਸ਼ਾਨ ਕਰਕੇ ਦੋਜ਼ਖ ਦੀ ਭੱਠੀ ਦੇ ਵਿੱਚ ਸੜਦੇ ਹਨ। ਚਾਹੇ ਉਹ ਭੱਠੀ ਇਸ ਦੁਨੀਆ ਦੀ ਹੋਵੇ, ਚਾਹੇ ਦਰਗਾਹ ਦੀ ਹੋਵੇ। ਸੱਚੇ ਪਾਤਸ਼ਾਹ ਉਹਨਾਂ ਦੀ ਗੱਲ ਕਰਦੇ ਹਨ, ਪਰੇ ਸ਼ਰਨ ਆਨ ਸਭ ਤਿਆਗ। ਉਹ ਜਿਹੜੇ ਕੱਚੇ ਪਿੱਲੇ ਸੀ, ਉਹਨਾਂ ਸਾਰਿਆਂ ਨੂੰ ਛੱਡ ਕੇ ਦਾਤਾ ਤੇਰੀ ਅਸਲੀ ਸ਼ਰਨ ਦੇ ਵਿੱਚ, ਤੇਰੇ ਚਰਨ ਕਮਲਾਂ ਦੇ ਵਿੱਚ ਆ ਕੇ ਡੇਰਾ ਲਗਾ ਲਿਆ। ਹੁਣ ਤੇਰਾ ਹੀ ਆਸਰਾ ਹੈ, ਹੋਰ ਕਿਸੇ ਝੂਠੇ ਆਸਰੇ ਦੀ ਲੋੜ ਨਹੀਂ ਰਹਿ ਗਈ। ਅੰਤਰ ਪ੍ਰਗਾਸ਼ ਅੰਨ ਦਿਨ ਲਿਵ ਲਾਗ। ਅੰਦਰ ਦਗ ਪਿਆ, ਚਮਕ ਪਿਆ, ਉਜਲ ਹੋ ਗਿਆ। ਗੁਰੂ ਪਿਆਰਿਓ, ਜਿਸ ਤਰ੍ਹਾਂ ਇੱਕ ਹਨੇਰਾ ਕਮਰਾ ਕੱਲ ਮਕੱਲਾ ਇਕਾਂਤ ਵਿੱਚ ਚਾਨਣ ਨਹੀਂ ਜਾਂਦਾ, ਰੌਸ਼ਨੀ ਨਹੀਂ ਹੁੰਦੀ, ਕੋਪਾ ਹਨੇਰ ਹੈ, ਉੱਥੇ ਬੱਕੜੀਆਂ ਆਪਣੇ ਜਾਲੇ ਬੁਣ ਲੈਂਦੀਆਂ ਹਨ। ਚਮਗਿੱਦੜਾਂ ਆਪਣੇ ਘਰ ਬਣਾ ਲੈਂਦੀਆਂ ਹਨ, ਸੱਪ ਖੁੱਡਾਂ ਪੁੱਟ ਲੈਂਦੇ ਹਨ, ਚੂਹੇ ਨਾਚ ਕਰਦੇ ਹਨ। ਹਰ ਕੋਈ ਜਾਨਵਰ ਉਸ ਸਵਰਗ ਰੂਪੀ ਜਗ੍ਹਾ ਨੂੰ ਮਾਣਦਾ ਹੈ, ਜਿਹੜੀ ਉਹਨਾਂ ਦਾ ਸਵਰਗ ਹੈ, ਹਨੇਰਾ। ਇਸੇ ਤਰ੍ਹਾਂ ਦਾ ਇਨਸਾਨ ਦਾ ਅੰਤਰ ਮਨ ਹੈ, ਜਿੱਥੇ ਗੁਰੂ ਦਾ ਪ੍ਰਕਾਸ਼ ਨਹੀਂ ਹੈ। ਕੋਪਾ ਹਨੇਰਾ ਹੈ। ਪੰਜ ਤੱਤ ਚੂਹੇ, ਸੱਪਾਂ, ਚਮਗਿੱਦੜਾਂ ਦੀ ਤਰ੍ਹਾਂ, ਬੱਕੜੀ ਦੀ ਤਰ੍ਹਾਂ ਇਨਸਾਨ ਨੂੰ ਨੋਚਦੇ ਹਨ, ਦੁਖੀ ਕਰਦੇ ਹਨ, ਪਰੇਸ਼ਾਨ ਕਰਦੇ ਹਨ। ਪਰ ਜਦੋਂ ਦਾਤੇ ਦੀ ਮਿਹਰ ਦੀ ਕਿਰਨ ਪੈ ਜਾਂਦੀ ਹੈ, ਉਹ ਦੌੜ ਜਾਂਦੇ ਹਨ। ਜਿਸ ਤਰ੍ਹਾਂ ਇੱਕ ਸੂਰਜ ਦੀ ਕਿਰਨ ਉਸ ਹਨੇਰੇ ਕਮਰੇ ਦੇ ਵਿੱਚ ਪੈ ਜਾਵੇ ਤਾਂ ਚੂਹੇ ਭੱਜ ਜਾਂਦੇ ਹਨ, ਸੱਪ ਖਿਸਕ ਜਾਂਦੇ ਹਨ, ਚਮਗਿੱਦੜਾਂ ਮੁੜ ਕੇ ਨਹੀਂ ਲੱਭਦੀਆਂ, ਬੱਕੜੀਆਂ ਸੁੱਕ ਜਾਂਦੀਆਂ ਹਨ। ਚਾਨਣ ਪ੍ਰੀਤਮ ਪਿਆਰੇ ਦੇ ਹਿਰਦੇ ਦੇ ਵਿੱਚ ਜਦੋਂ ਵਾਹਿਗੁਰੂ ਦੀ ਮਿਹਰ ਹੁੰਦੀ ਹੈ ਤਾਂ ਪੰਜ ਤੱਤ ਪਰੇਸ਼ਾਨ ਨਹੀਂ ਕਰਦੇ। ਆਪਣੇ ਆਪਣੇ ਅਨੁਸ਼ਾਸਨ ਦੇ ਵਿੱਚ ਰਹਿੰਦੇ ਹਨ, ਕੁਦਰਤ ਦੀ ਕਿਰਿਆ ਨੂੰ ਮੰਨਦੇ ਹੋਏ ਪ੍ਰਾਣੀ ਦੇ ਮਨ ਦੀ ਮੰਨਦੇ ਹਨ, ਕਿਉਂਕਿ ਉਹਦੀ ਹੁਣ ਲਿਵ ਉਸ ਬਣਾਉਣੇ ਵਾਲੇ ਵੱਲ ਲੱਗ ਗਈ, ਜਿਹਨੇ ਮਾਇਆ ਬਣਾਈ ਹੈ।
ਮਾਇਆ ਦੇ ਕਹੇ ਉੱਤੇ ਹੀ ਉਹ ਪੰਜ ਤੱਤ ਛਲ ਕਰਦੇ ਹਨ, ਪਰੇਸ਼ਾਨ ਕਰਦੇ ਹਨ, ਦੁਖੀ ਕਰਦੇ ਹਨ। ਜਦ ਪ੍ਰਭੂ ਨੇ ਇੱਕ ਨਜ਼ਰ ਕਰ ਦਿੱਤੀ ਲਿਵ ਦੇ ਉੱਤੇ ਪਿਆਰੇ ਦੀ ਤਾਂ ਚਾਨਣ ਹੋ ਗਿਆ, ਅੰਦਰ ਰੋਸ਼ਨ ਹੋ ਗਿਆ, ਉੱਜਲ ਬਣ ਗਿਆ ਮਨ ਭਾਗਾਂ ਵਾਲਾ। ਨਸੀਬ ਜਾਗ ਪਏ, ਬੜ ਭਾਗੀ ਜਪਿਆ ਪ੍ਰਭ ਸੋਏ। ਭਾਗਾਂ ਵਾਲਾ ਬਣ ਗਿਆ, ਚਮਕ ਪਏ ਲੇਖ, ਉਸ ਪ੍ਰੀਤਮ ਪਿਆਰੇ ਨੂੰ ਸਿਮਰਿਆ। ਹੁਣ ਨਸੀਬਾਂ ਵਾਲਾ ਗੁਰੂ ਨਾਨਕ ਦਾ ਨਾਮ ਲੈ ਕੇ ਰੰਗਿਆ ਗਿਆ, ਰਤਿਆ ਗਿਆ। ਨਾਨਕ ਨਾਮ ਰਤੇ ਸੁਖ ਹੋਏ। ਹੇ ਨਾਨਕ, ਜੋ ਨਾਮ ਨਾਲ ਰੰਗੇ ਜਾਂਦੇ ਹਨ ਉਹ ਆਰਾਮ ਪਾਉਂਦੇ ਹਨ, ਸਦੀਵੀ ਆਰਾਮ, ਹਮੇਸ਼ਾ ਦੇ ਲਈ ਸੁੱਖ। ਦੁਨੀਆ ਵਾਲੇ ਸੁੱਖ ਨਹੀਂ, ਇਹ ਝੂਠੇ ਹਨ, ਦੁੱਖਾਂ ਵਰਗੇ ਹੀ ਸੁੱਖ ਹਨ। ਇੱਕ ਸੁੱਖ ਕਈ ਦੁੱਖਾਂ ਨੂੰ ਲੈ ਕੇ ਆਉਂਦਾ ਹੈ। ਪਹਿਲਾ ਮਨ ਦੁਖੀ, ਫਿਰ ਸੁਖੀ, ਫਿਰ ਸੁਖੀ, ਫਿਰ ਦੁਖੀ। ਇਹ ਕਿਰਿਆ ਚੱਲਦੀ ਰਹਿੰਦੀ ਹੈ। ਪਰ ਉਹ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਹਨੂੰ ਜਪ ਕੇ ਅਸਲੀ ਪ੍ਰਾਪਤ ਕਰ ਲਿਆ, ਨਕਲੀ ਦੇ ਸਕੰਜੇ ਵਿੱਚੋਂ ਨਿਕਲ ਗਏ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਕਰ ਲਈਏ ਉਹਦੀ ਕਿਰਪਾ ਨਾਲ। ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ। In Lord's one look, there is great comfort. If God is enough kind and he look at his lover, the person who meditate on him and remember him, then he give all the comfort. Har ras paave birla koi. Not everybody can get it. Only few who gave themselves to him day and night, remember him, and they are the one got him. They succeeded to get his blessing. जिन चाख्या से जन त्रिपताने. The mortals who partake of it are satiated. Who tasted the nectar of God's name, they are full. They are full. They became perfect. No more movement of fakeness. Pooran purkh nahi dolane. They became perfect and they waver not. They are not moving around. They are very, very strong and perfect. Sober pare prem ras rang. They are completely filled with the sweetness and delight of Lord's love. Love is God. God gave them grace and he made them like himself. They don't have any need. They became needless, fearless, envyless, and egoless.
उपजे चाओ साध के संग, company of saint, society of saint made them so wonderful, excited. They jump. Same way a child get his desired game, start jumping, start singing. Now God's lover achieved his spirit through his loved ones. Now the excitement is unlimited. Pare sharan aan sab tyag. They came to God's feet, lotus feet. They gave up everything else. They gave those people who pertain like God. They gave up those people who believe in miracles. Now they came to real home of Lord, real home of Vaheguru, palace of Vaheguru, country of Vaheguru, planet of Vaheguru, universes of Vaheguru. Everything is Vaheguru's. But they don't believe any self-made God. Antar Prakash Anand Din Live Lag. Their inside is delighted. They are excited. Their mind is delighted. Why that happened? Because of thank you. They said thank you to Lord who made them. And they became a part of God. God lovers, Tatan Guru Arjan Dev Ji respected them so much. Guru wanted the dust of their feet. So their minds are illuminated and they have all shiningness on them because they loved God day and night. Bad bhagi japya prabh soe. Through the greatest good luck, he, the Lord, is meditated upon. The people who had earned and made their luck from previous times, now everything is changed. They start remembering Lord, singing his hymns, and now they became filled. They are colored with God's name. Nanak naam rathe sukh hoye. They who are imbued with the name O Nanak, procure peace. Now their peace, now their love, they just became color of him. Nobody can tell the difference. They are just like his image. They are fillers. They are giving away his name to other people. They are filling the empties. ਗੁਰੂ ਪਿਆਰਿਓ, ਸੰਖੇਪ ਦੇ ਵਿੱਚ ਆਪਾਂ ਸੱਚੇ ਪਾਤਸ਼ਾਹ ਦੀ ਮਿਹਰ ਜਿਹੜੀ ਉਹਨਾਂ ਨੇ ਇਸ ਪਦ ਦੇ ਵਿੱਚ ਕੀਤੀ ਹੈ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ ਤੂੰ ਆਪਣੀ ਜ਼ਿੰਮੇਵਾਰੀ ਨਿਭਾ। 84 ਲੱਖ ਜੂਨ ਦੇ ਵਿੱਚੋਂ ਥੱਕਿਆ ਟੁੱਟਿਆ ਘੁੰਮਦਾ ਇੱਥੇ ਪਹੁੰਚਿਆ ਇਨਸਾਨ ਦੇ ਜਾਮੇ ਦੇ ਵਿੱਚ। ਹੁਣ ਤੇਰੇ ਕੋਲ ਮੌਕਾ ਹੈ
ਆਪਣੇ ਆਪ ਨੂੰ ਸੰਭਾਲਣ ਦਾ। ਉਹਦਾ ਨਾਮ ਜਪ। ਜਿਹੜਿਆਂ ਨੂੰ ਤੂੰ ਆਪਣੇ ਸਮਝਦਾ ਹੈ, ਜਿੱਥੇ ਤੂੰ ਦਿਨ ਰਾਤ ਆਪਣਾ ਸਮਾਂ ਬਤੀਤ ਕਰਦਾ ਹੈ, ਮਾਇਆ ਜਿਹੜੀ ਸ੍ਰਿਸ਼ਟੀ ਨੂੰ ਚਲਾਉਂਦੀ ਹੈ, ਪਰਚਾਉਂਦੀ ਹੈ, ਲੋਕਾਈ ਦਾ ਦਿਲ ਲਾਉਂਦੀ ਹੈ, ਉਹ ਪਰਮਾਤਮਾ ਦੀ ਦਾਸੀ ਹੈ। ਉਹ ਨਚਾਉਂਦੀ ਉਦੋਂ ਤੱਕ ਆ ਜਦ ਕੋਈ ਨੱਚਦਾ। ਜੇ ਪ੍ਰਭੂ ਦਾ ਪਿਆਰਾ ਬਣ ਜਾਂਦਾ, ਉਹ ਮਾਇਆ ਦੇ ਕਹੇ ਤੇ ਨੱਚਦਾ ਨਹੀਂ ਹੈ। ਉਹ ਪ੍ਰਭੂ ਦਾ ਗੁਲਾਮ ਬਣ ਜਾਂਦਾ ਹੈ। ਉਹਦੀ ਮਾਇਆ ਸਾਹਿਬ ਨਹੀਂ ਰਹਿੰਦੀ, ਉਹਦਾ ਪ੍ਰੀਤਮ ਪਿਆਰਾ ਸਾਹਿਬ ਬਣ ਜਾਂਦਾ ਹੈ। ਮਾਇਆ ਦਾ ਆਰਡਰ ਨਹੀਂ ਚੱਲਦਾ, ਬੇਬਸ ਹੋ ਜਾਂਦੀ ਹੈ ਵਿਚਾਰੀ। ਪੰਜ ਤੱਤ ਸੁਣਦੇ ਨਹੀਂ, ਕਿਉਂਕਿ ਹੁਣ ਉਹ ਪ੍ਰਭੂ ਦੀ ਸੁਣਦੇ ਹਨ। ਪ੍ਰਾਣੀ ਖੁਸ਼ਹਾਲ ਹੋ ਜਾਂਦਾ ਹੈ ਜਦੋਂ ਉਹਦੀ ਨਜ਼ਰ ਪੈ ਜਾਂਦੀ ਹੈ, ਪਰ ਇਹ ਹਰ ਕਿਸੇ ਨੂੰ ਕਿਉਂ ਨਹੀਂ ਮਿਲਦਾ? ਹਰ ਕੋਈ ਕੋਸ਼ਿਸ਼ ਨਹੀਂ ਕਰਦਾ। ਜਦੋਂ ਮਿਹਰ ਦਾ ਮੀਂਹ ਪੈਂਦਾ ਹੈ, ਸਾਰਿਆਂ ਉੱਤੇ ਹੀ ਪੈਂਦਾ ਹੈ। ਪਹਾੜਾਂ ਉੱਤੇ ਵੀ ਪੈਂਦਾ ਹੈ, ਨਿਮਾਣਾਂ ਉੱਤੇ ਵੀ ਪੈਂਦਾ ਹੈ। ਪਹਾੜ ਸੁੱਕੇ ਦੇ ਸੁੱਕੇ ਰਹਿ ਜਾਂਦੇ ਹਨ, ਨਿਮਾਣਾਂ ਭਰ ਜਾਂਦੀਆਂ ਹਨ, ਟੋਏ ਭਰ ਜਾਂਦੇ ਹਨ, ਨਦੀਆਂ ਪੂਰੇ ਦੀਆਂ ਪੂਰੀਆਂ ਭਰ ਕੇ ਤੁਰਦੀਆਂ ਹਨ, ਮਤਵਾਲੀਆਂ ਹੋ ਕੇ ਦੱਸਦੀਆਂ ਹਨ ਹੁਣ ਸਾਨੂੰ ਕੋਈ ਲੋੜ ਨਹੀਂ। ਇਸੇ ਤਰ੍ਹਾਂ ਮਿਹਰ ਦਾ ਮੀਂਹ, ਅੰਮ੍ਰਿਤ ਦੀ ਵਰਖਾ ਹਰ ਉੱਤੇ ਸਮਾਨ ਹੁੰਦੀ ਹੈ, ਪਰ ਕਈ ਵਿਚਾਰੇ ਆਪਣੀਆਂ ਗਾਗਰਾਂ ਦੇ ਮੂੰਹ ਥੱਲੇ ਨੂੰ ਕਰਕੇ ਰੱਖਦੇ ਹਨ। ਬੇਸਮਝੀ ਦੇ ਕਾਰਨ, ਅਗਿਆਨਤਾ ਦੇ ਕਾਰਨ ਉਹ ਖਾਲੀ ਰਹਿ ਜਾਂਦੀਆਂ ਹਨ। ਜਿਨ੍ਹਾਂ ਨੂੰ ਪਿਆਰ ਦੇ ਨਾਲ ਸੱਚੇ ਪਾਤਸ਼ਾਹ ਦੀ ਅਕਲ ਆ ਗਈ, ਅਕਲਹੀਣਤਾ ਮਿਟ ਗਈ, ਉਹ ਆਪਣੀਆਂ ਗਾਗਰਾਂ ਭਰ ਲੈਂਦੇ ਹਨ ਉਹਦੀ ਮਿਹਰ ਨਾਲ। ਪਰ ਉਹ ਬਿਰਲੇ ਬਿਰਲੇ ਟਾਵੇਂ ਹੀ ਹਨ ਜਿਨ੍ਹਾਂ ਦੀਆਂ ਗਾਗਰਾਂ ਭਰਦੀਆਂ ਹਨ ਨਾਮ ਰਸ ਦੇ ਨਾਲ। ਉਹ ਭਰ ਜਾਂਦੇ ਹਨ, ਉਹ ਫਿਰ ਡੋਲਦੇ ਨਹੀਂ। ਪ੍ਰਭੂ ਦੇ ਪ੍ਰੇਮ ਰਸ ਦੇ ਨਾਲ, ਚਾਹ ਪ੍ਰੇਮ ਰਸ ਦੇ ਨਾਲ ਮਤਵਾਲੇ ਕੁੱਦਦੇ ਹਨ, ਨੱਚਦੇ ਹਨ, ਗਾਉਂਦੇ ਹਨ। ਜਿਵੇਂ ਬਬੀਹਾ ਸਵਾਦ ਬੂੰਦ ਦੇ ਨਾਲ ਝੂਮਦਾ ਹੈ, ਸ਼ੁਕਰਾਨਾ ਕਰਦਾ ਹੈ। ਮਛਲੀ ਨੀੜ ਦੇ ਨਾਲ ਮਿਲ ਕੇ ਮਤਵਾਲੀ ਹੁੰਦੀ ਹੈ, ਚਕੋਰ ਚੰਦ ਨੂੰ ਦੇਖ ਕੇ ਖੁਸ਼ੀਆਂ ਵੰਡਦੀ ਹੈ। ਇਸੇ ਤਰ੍ਹਾਂ ਪ੍ਰਭੂ ਦੇ ਪਿਆਰੇ ਉਹਦੇ ਮਿਲਣ ਉੱਤੇ ਚਾਅ ਨਾਲ ਭਰ ਜਾਂਦੇ ਹਨ। ਅੰਮ੍ਰਿਤ ਪੀ ਕੇ ਉਹਨਾਂ ਨੂੰ ਚਾਹ ਨਾਲ, ਉਹਨਾਂ ਨੂੰ ਜਿਹੜੀ ਸੰਗਤ ਮਿਲਦੀ ਹੈ ਸਾਧੂਆਂ ਦੀ, ਇੰਨੀ ਜ਼ਿਆਦਾ ਐਨਰਜੀ ਉਹਨਾਂ ਦੇ ਵਿੱਚ ਆ ਜਾਂਦੀ ਹੈ ਕਿ ਉਹ ਨੱਚਦੇ ਹਨ, ਗੀਤ ਗਾਉਂਦੇ ਹਨ, ਮਤਵਾਲੇ ਹੋ ਜਾਂਦੇ ਹਨ। ਉਹਨਾਂ ਦੀਵਾਨਿਆਂ ਦੀ ਦੀਵਾਨਗੀ ਦੇਖੀ ਨਹੀਂ ਜਾਂਦੀ। ਉਪਜੇ ਚਾਉ ਸਾਧ ਕੇ ਸੰਗ, ਸਾਧੂ ਦੀ ਕੰਪਣੀ, ਮਿਹਰ
ਦੇ ਨਾਲ ਉਹਨਾਂ ਦੀ ਖੁਸ਼ੀ ਸਮੋਈ ਨਹੀਂ ਜਾਂਦੀ। ਪਰੇ ਸ਼ਰਨ ਆਨ ਸਭ ਤਿਆਗ, ਕੱਚੇ ਪਿੱਲਿਆਂ ਦੀ ਦੋਸਤੀ ਉਹਨਾਂ ਨੇ ਛੱਡ ਦਿੱਤੀ। ਨਕਲੀਆਂ ਦੀ ਨਕਲ ਦੇਖਣੋਂ ਹਟ ਗਏ। ਹੁਣ ਉਹਨਾਂ ਨੂੰ ਆਪਣਾ ਮਿਲ ਗਿਆ, ਸਦੀਵੀ, ਹਮੇਸ਼ਾ ਰਹਿਣ ਵਾਲਾ, ਮਿੱਠਾ, ਪਿਆਰ ਵੰਡਣ ਵਾਲਾ ਉਹਨਾਂ ਨੂੰ ਪ੍ਰਾਪਤ ਹੋ ਗਿਆ। ਚਿੰਤਾ ਮੁੱਕ ਗਈ, ਉਹਨਾਂ ਦੀ ਚਿੰਤਾ ਮੁੱਕ ਗਈ, ਖੁਸ਼ੀ ਖੁਸ਼ੀ ਹੀ ਆ ਗਈ। ਅੰਦਰ ਚਾਨਣ ਹੋ ਗਿਆ ਉਹਨਾਂ ਦੇ ਹਿਰਦੇ ਦੇ ਵਿੱਚ, ਪ੍ਰਕਾਸ਼ ਹੋ ਗਿਆ। ਹੁਣ ਇੱਕੋ ਇੱਕ ਖੁਸ਼ੀ, ਪਿਆਰ, ਬਾਕੀ ਕਜੀਆ ਕਲੇਸ਼, ਪੰਜ ਤੱਤਾਂ ਦਾ ਪਰੇਸ਼ਾਨ ਕਰਨਾ ਹਮੇਸ਼ਾ ਦੇ ਲਈ ਮੁੱਕ ਗਿਆ। ਪ੍ਰਭੂ ਦੇ ਚਰਨਾਂ ਦੇ ਵਿੱਚ ਥਾਂ ਮਿਲ ਗਈ, ਸਾਥ ਮਿਲ ਗਿਆ ਦਾਤੇ ਦਾ, ਕਿਉਂਕਿ ਉਹਨੂੰ ਜਪਿਆ ਸੀ, ਉਹਨੂੰ ਯਾਦ ਕੀਤਾ ਸੀ। 24,000 ਸਵਾਸ ਦੇ ਨਾਲ ਇੱਕ ਇੱਕ ਸਵਾਸ ਤੇ ਧਿਆਇਆ ਸੀ ਉਹਨੂੰ। ਹੁਣ ਉਹਨੂੰ ਪਾ ਲਿਆ, ਪਾ ਕੇ ਹੁਣ ਵੀ ਉਹਦਾ ਸ਼ੁਕਰਾਨਾ, ਹੁਣ ਵੀ ਉਹਦੀ ਸਾਧ ਸੰਗਤ 'ਚ ਬੈਠ ਕੇ ਉਹਦਾ ਗੀਤ। ਕੋਈ ਅਸਰੇ ਨਹੀਂ ਕਰਦਾ ਮਾਇਆ ਦਾ ਝੂਠਾ ਰਾਗ, ਮਾਇਆ ਦਾ ਝੂਠਾ ਨਾਟ। ਅੱਖਾਂ ਦੇਖਦੀਆਂ ਨਹੀਂ, ਕੰਨ ਸੁਣਦੇ ਨਹੀਂ, ਮਨ ਮੰਨਦਾ ਨਹੀਂ। ਆਜ਼ਾਦ ਹੋ ਗਿਆ ਪ੍ਰਾਣੀ, ਹਮੇਸ਼ਾ ਦੇ ਲਈ ਆਜ਼ਾਦ ਹੋ ਗਿਆ। ਆਪਣੇ ਨੂੰ ਪਾ ਕੇ, ਬਗਾਨਿਆਂ ਨੂੰ ਛੱਡ ਕੇ ਸੁਤੰਤਰ ਹੋ ਗਿਆ। ਮਨ ਆਜ਼ਾਦ ਪਿਆ ਗੁਲਾਮ ਦਾ, ਪਰਮੇਸ਼ਰ ਦੇ ਦਾ। ਆਪਣੇ ਮਾਸਟਰ ਵੱਲ ਧਿਆਨ ਗਿਆ, ਰੰਗ ਵਿੱਚ ਰਤਿਆ ਗਿਆ, ਸਾਈਂ ਦੇ ਰੰਗ ਦੇ ਵਿੱਚ ਰਤਿਆ ਗਿਆ, ਭਾਗਾਂ ਵਾਲਾ ਬਣ ਗਿਆ, ਅੰਦਰ ਪ੍ਰਕਾਸ਼ ਹੋ ਗਿਆ। ਹੁਣ ਸਵਾਸ ਸਵਾਸ ਨਾਲੋਂ ਯਾਦ ਆਉਂਦਾ, ਬਗਾਨੇ ਚੰਗੇ ਨਹੀਂ ਲੱਗਦੇ। ਚਾਅ ਮਨ ਦੇ ਵਿੱਚ ਰਹਿੰਦਾ ਹੈ, ਪ੍ਰੇਮ ਰਸ ਪੀ ਜਾਂਦਾ ਹੈ, ਪੀ ਜਾਂਦਾ ਹੈ, ਡੋਲਦਾ ਨਹੀਂ। ਹਮੇਸ਼ਾ ਭਰਿਆ ਭਰਿਆ ਆਪਣੇ ਆਪ ਨੂੰ ਮਹਿਸੂਸ ਕਰਦਾ। ਇਹ ਗੁਰੂ ਦੀ ਕਿਰਪਾ ਨਾਲ ਸੰਭਵ ਹੋਇਆ ਹੈ। ਨਾਨਕ ਨਾਮ ਰਤੇ ਸੁਖ ਹੋਏ। ਹੇ ਨਾਨਕ, ਜਿਹੜੇ ਨਾਮ ਦੇ ਰੰਗੇ ਹੋਏ ਹਨ ਉਹ ਆਰਾਮ ਪਾਉਂਦੇ ਹਨ, ਆਨੰਦ ਦੇ ਵਿੱਚ ਚਲੇ ਜਾਂਦੇ ਹਨ ਦਾਤੇ ਦੀ ਮਿਹਰ ਨਾਲ। ਗੁਰੂ ਪਿਆਰਿਓ, ਅੱਜ ਇੰਨਾ ਹੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।